एक पासे नेकी दी बदी उपर जित दा त्योहार दशहरा मनाया जा रहा है, दूजे पासे किसान अज भी सड़कों उपर हैं ਅਤੇ लगातार धरने प्रदर्शन किए जा रहे हैं। लुधियाना विच भी किसानां दे हक विच धरना प्रदर्शन किया गया, जिस विच विशेष तौर ते पंजाबी फिल्म कलाकार दीपू सिद्धू पहुंचे, जिथे उन्होंने किसानी संघर्ष ते जित दी गल कीती। उत्थे ही मोदी नूं आड़े हत्थे भी लिया ते आम आदमी पार्टी नूं फेल होई पार्टी किया। ਬਾਈ ਜੀ ਇਹ ਤਾਂ ਹੁਣ ਇਹੀ ਗੱਲਾਂ ਤਾਂ ਤਰਾਸਦੀ ਆ। ਦੇਖੋ ਨੇਕੀ ਦੀ ਜਿੱਤ ਹੋਣੀ ਚਾਹੀਦੀ ਹੈ ਬਦੀ ਤੇ, ਪਰ ਹਜੇ ਬਦੀ ਐਡੀ ਹਉਮੈ ਤੇ ਹੰਕਾਰੀ ਫਿਰਦੀ ਆ। ਉਹ ਕਹਿੰਦੇ ਆ ਵੀ ਅਸੀਂ ਵਾਪਸ ਨਹੀਂ ਲੈਣਾ। ਜਿਵੇਂ ਮੈਂ ਹੁਣੇ ਗੱਲ ਕਰ ਰਿਹਾ ਸੀ, ਲੋਕਾਂ ਪ੍ਰਤੀ ਸੰਵੇਦਨਸ਼ੀਲ ਹੀ ਨਹੀਂ ਸਰਕਾਰਾਂ। ਦੇਖੋ ਸਾਡੀਆਂ ਬੀਬੀਆਂ, ਸਾਡੇ ਬਜ਼ੁਰਗ, ਨੌਜਵਾਨ ਸਭ ਹਜੇ ਸੜਕਾਂ ਤੇ ਬੈਠੇ ਆ, ਧਰਨਿਆਂ 'ਚ ਮੋਰਚਿਆਂ 'ਚ ਬੈਠੇ ਆ। ਕੋਈ ਸੰਵੇਦਨਸ਼ੀਲਤਾ ਹੀ ਨਹੀਂ, ਇਸ ਪਾਸੇ ਹੀ ਨਹੀਂ ਆ ਰਹੇ, ਇਹ ਗੱਲ ਨੂੰ ਸਮਝ ਹੀ ਨਹੀਂ ਰਹੇ। ਕਿੱਡੀ ਵੱਡੀ ਤਰਾਸਦੀ ਹੈ ਇਹ। ਜਿਸ ਤਰ੍ਹਾਂ ਕਿ ਦੁਸਹਿਰੇ ਨੂੰ ਜਿਹੜੀ ਜਿੱਤ ਹੋਈ ਸੀ, ਕੀ ਲੱਗਦਾ ਕਿ ਅੱਗੇ ਜਿਹੜਾ ਆਪਣਾ ਸੰਘਰਸ਼ ਚੱਲਦਾ ਪਿਆ, ਤੁਸੀਂ ਬਹੁਤ ਜਗ੍ਹਾ ਤੇ ਜਾਂਦੇ ਹੋ, ਹਰ ਪਾਸੇ ਕਿਸਾਨਾਂ ਦੇ ਨਾਲ ਖੜਦੇ ਹੋ, ਵੀ ਅੱਗੇ ਜਿਹੜਾ ਇਹਦੇ ਜਿਹੜੀ ਨਤੀਜੇ ਤੇ ਨਿਕਲੂਗਾ, ਕੋਈ ਨਾ ਕੋਈ ਨਤੀਜਾ ਇਹਦਾ ਨਿਕਲੂਗਾ। ਦੇਖੋ ਨਤੀਜੇ ਤਾਂ ਨਿਕਲਣਗੇ, ਨਤੀਜੇ ਕਿਉਂ ਨਿਕਲਣਗੇ? ਕਿਉਂਕਿ ਸਰਕਾਰਾਂ ਦੀ ਜਿੱਦ ਜਿਹੜੀ ਹੁੰਦੀ ਹੈ ਨਾ, ਉਹ ਬਾਹਲਾ ਸਮਾਂ ਨਹੀਂ ਚੱਲਦੀ ਹੁੰਦੀ। ਇਹ ਇਤਿਹਾਸ 'ਚ ਸਾਡੇ ਕੋਲੇ ਬਹੁਤ ਵੱਡੀਆਂ ਐਗਜ਼ਾਮਪਲਾਂ ਪਈਆਂ। ਲੋਕਾਂ ਦੇ ਹੱਕ ਤੁਸੀਂ ਨਹੀਂ ਮਾਰ ਸਕਦੇ। ਜੇ ਅੱਜ ਲੋਕਾਂ ਨੇ ਲੋਕ ਲਹਿਰ ਪੈਦਾ ਕੀਤੀ ਆ, ਮਤਲਬ ਲੋਕਾਂ ਦੇ ਅੰਦਰ ਬਹੁਤ ਵੱਡਾ ਰੋਹ ਜਾਗ ਗਿਆ। ਸੋ ਜੇ ਸਰਕਾਰਾਂ ਨਹੀਂ ਸਮਝਣਗੀਆਂ ਤਾਂ ਜੇ ਅਸੀਂ ਕਹੀਏ ਇੱਕ ਸਾਰਥਿਕ ਮਾਹੌਲ ਬਣਿਆ ਰਹੂਗਾ, ਜਾਂ ਅਸੀਂ ਇਹ ਕਹੀਏ ਵੀ ਪੰਜਾਬ 'ਚ ਉਹ ਆਪ ਹੀ ਜਿਹੜੀ ਇੱਕ ਵੱਖਵਾਦੀ ਵਿਚਾਰਧਾਰਾ ਪੈਦਾ ਕਰ ਰਹੇ ਆ। ਪੰਜਾਬ ਦੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਨਾ। ਪੰਜਾਬ ਨੂੰ ਜੋੜ ਕੇ ਰੱਖੋ, ਪੰਜਾਬ ਨੂੰ ਆਪਦਾ ਇੱਕ ਅੰਗ ਮੰਨੋ। ਪੰਜਾਬ ਨਾਲ ਐਡਾ ਵੱਡਾ ਵਿਤਕਰਾ, ਔਰ ਜੇ ਪੰਜਾਬ ਅੱਜ ਕਹਿ ਰਿਹਾ ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ, ਸਾਡੇ ਨਾਲ ਬਹਿ ਕੇ ਗੱਲ ਤਾਂ ਕਰੋ। सर कैप्टन साहब जो मता लेके आए सी विधान सभा ते सब राजनीतिक दलों ने अलग अलग ਉਹਨੂੰ ਖਾਰਿਜ ਕਰਤਾ ਹੈ। ਹਾਂਜੀ, ਤੁਹਾਡੇ ਇਸ ਅੰਦੋਲਨ ਵਿੱਚ ਉਹਦਾ ਕੀ ਫਰਕ ਹੈ? ਦੇਖੋ ਜੀ, ਉਹਦਾ ਕੋਈ ਫਰਕ ਪੈ ਨਹੀਂ ਸਕਦਾ, ਕਿਉਂਕਿ ਸਟੇਟ ਕੋਲੇ ਕੋਈ ਪਾਵਰ ਹੀ ਨਹੀਂ ਰਹੀ ਹੁਣ ਕੋਈ ਸਾਡੀ ਪਾਲਿਸੀ ਘੜਨ ਦੀ, ਜਾਂ ਕਿਸਾਨਾਂ ਦੇ ਜਿਹੜੇ ਫੈਸਲੇ ਆ ਉਹਦੇ ਹੱਕ ਆ ਉਹਦੇ ਕੋਈ ਫੈਸਲੇ ਲੈਣ ਦੀ, ਹੈ ਨਾ। ਸਟੇਟ ਤਾਂ ਹੀ ਕੈਪਟਨ ਸਾਹਿਬ ਨੇ ਨਾਲ ਇਹ ਵੀ ਕਹਿਤਾ ਵੀ ਸਾਡੇ ਕੋਲੇ ਤਾਂ ਸਪੇਸ ਹੀ ਨਹੀਂ ਦਿੱਤੀ ਸਾਨੂੰ ਕੇਂਦਰ ਸਰਕਾਰ ਨੇ, ਕਿਉਂਕਿ ਹੌਲੀ ਹੌਲੀ 1947 ਤੋਂ ਤਰਮੀਮਾਂ ਕਰਕੇ ਸੰਵਿਧਾਨ 'ਚ ਸਾਰਾ ਜਿਹੜਾ ਪਾਵਰ ਆ ਉਹਨੂੰ ਕੰਸੋਲੀਡੇਟ ਕਰ ਲਿਆ, ਉਹਨੂੰ ਸੈਂਟਰਲਾਈਜ਼ ਕਰ ਲਿਆ, ਔਰ ਸੈਂਟਰ 'ਚੋਂ ਪਾਵਰ ਕੰਸੋਲੀਡੇਟ ਹੋ ਕੇ ਪਰਸਨਲਾਈਜ਼ ਹੋ ਜਾਂਦੀ ਆ। ਅੱਜ ਉਹ ਪਾਵਰ ਸਿਰਫ ਦੋ ਹੀ ਬੰਦੇ ਚਲਾਉਂਦੇ ਆ, ਉਹ ਇੱਕ ਤਾਂ ਸਾਡੇ PM ਆ, ਇੱਕ ਸਾਡੇ ਗ੍ਰਹਿ ਮੰਤਰੀ ਆ। ਤੁਸੀਂ ਦੇਖੋ ਕਿੱਡਾ ਵੱਡਾ ਇਹ ਪਾਵਰ ਐਕਚੁਅਲੀ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਆ, ਪਰ ਪਾਵਰ ਨੂੰ ਸੈਂਟਰਲਾਈਜ਼ ਕਰ ਲਿਆ। ਜਦੋਂ ਪਾਵਰ ਸੈਂਟਰਲਾਈਜ਼ ਹੋਊਗੀ ਉੱਥੇ ਹਉਮੈ ਤੇ ਮੈਂ ਦਾ ਆਉਣਾ ਸੁਭਾਵਿਕ ਆ, ਉਹੀ ਹੋ ਰਿਹਾ। ਲੋਕ ਸਭਾ ਰਾਜ ਰਹਿ ਜਾਊਗਾ, ਜਿਸ ਤਰ੍ਹਾਂ ਬਾਰ-ਬਾਰ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਕਿਸਾਨ ਦਾ ਸਵਾਲ ਆ ਰਿਹਾ ਆ। ਬਹੁਤ ਸਾਰਾ ਸੋਸ਼ਲ ਮੀਡੀਆ ਤੇ ਵੀ ਗੱਲਾਂ ਚੱਲਦੀਆਂ ਨੇ ਕਿ ਸਾਰੀ ਜਿਹੜੀ ਮੋਰਚੇ ਦੀ ਪਾਵਰ ਆ ਉਹ ਵੀ ਸੈਂਟਰਲਾਈਜ਼ ਹੋ ਰਹੀ ਹੈ ਸਿੱਧੂ ਦੇ ਆਲੇ ਦੁਆਲੇ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਨਹੀਂ ਜੀ ਨਹੀਂ, ਇਹ ਗੱਲ ਮੈਂ ਤੁਹਾਨੂੰ ਦੱਸਾਂ, ਆਉਣ ਵਾਲੇ ਸਮੇਂ 'ਚ ਇਹ ਗੱਲ ਕਲੀਅਰ ਹੋ ਜੂਗੀ। ਮੇਰਾ ਇੱਕ ਹਰ ਧਿਰ ਦਾ ਨਾ, ਆਪਾਂ ਜਦੋਂ ਕੋਈ ਸੰਘਰਸ਼ ਲੜਦੇ ਆ ਉਹਦੇ 'ਚ ਕੁਝ ਬੰਦੇ ਇਹ ਵੀ ਹੁੰਦੇ ਆ। ਦੇਖੋ ਤੁਸੀਂ ਜਦੋਂ ਪਾਣੀ ਵਹਿੰਦਾ ਨਾ ਪੁਲਾਂ ਦੇ ਹੇਠਾਂ ਦੀ, ਤੇ ਜਿਹੜੀਆਂ ਥੱਲੇ ਵਾਲੀਆਂ ਇੱਟਾਂ ਲੱਗੀਆਂ ਹੁੰਦੀਆਂ ਉਹ ਦਿਖਦੀਆਂ ਨਹੀਂ। ਫਾਊਂਡੇਸ਼ਨ ਬੜੀ ਸਟਰੋਂਗ ਹੋਵੇ ਤਾਂ ਹੀ ਮੋਰਚਾ ਗਾਂਹ ਚੱਲਦਾ। ਸਾਡੀ ਜਿਹੜੀ ਫਾਊਂਡੇਸ਼ਨ ਆ, ਉਹ ਜਿਹੜੇ ਥੱਲੇ ਪਿੱਲਰ ਲੱਗੇ ਹੋਏ ਆ, ਜਿਹੜੀਆਂ ਇੱਟਾਂ ਲੱਗੀਆਂ ਹੋਈਆਂ, ਉਹ ਤੁਹਾਨੂੰ ਦੇਖ ਨਹੀਂ ਰਹੀਆਂ। ਅੱਜ ਸਿਰਫ ਮੇਰਾ ਚਿਹਰਾ ਦਿਖ ਰਿਹਾ, ਪਰ ਉੱਥੇ ਇੱਕ ਕਲੈਕਟਿਵ ਲੀਡਰਸ਼ਿਪ ਦੀ ਗੱਲ ਹੋ ਰਹੀ ਆ, ਔਰ ਉੱਥੇ ਪੰਚਾਇਤ ਆ ਜਿਹੜੀ ਮੋਰਚੇ ਨੂੰ ਚਲਾਉਂਦੀ ਆ। ਮੈਂ ਤਾਂ ਸਿਰਫ ਨਹੀਂ ਜੀ, ਦੇਖੋ ਕਦੇ ਵੀ ਕੋਈ ਚੰਗੇ ਜਿਹੜੇ ਯੋਧੇ ਹੁੰਦੇ ਆ ਨਾ, ਉਹ ਨਾ ਤਾਂ ਆਪਦੇ ਜਿਹੜੇ ਥਿੰਕ ਟੈਂਕ ਆ ਉਹਨਾਂ ਨੂੰ ਲੋਕਾਂ ਅੱਗੇ ਲੈ ਕੇ ਆਉਂਦੇ ਆ, ਨਾ ਹੀ ਰਣਨੀਤੀਪੂਰਨ ਤੌਰ ਤੇ ਲੈ ਕੇ ਆਉਂਦੇ ਆ। ਉਹ ਤਾਂ ਤੁਹਾਨੂੰ ਮੈਦਾਨ 'ਚ ਹੀ ਦਿਖਦੀ ਆ। ਜਦੋਂ ਸਾਡੇ ਗਾਂਹ ਵਾਲੇ ਪੈਂਤਰੇ ਕੀ ਹੋਣਗੇ, ਸਾਡੀ ਵਿਉਂਤਬੰਦੀ ਕੀ ਹੋਊਗੀ, ਉੱਥੋਂ ਹੀ ਦਿਖੂਗੀ ਸਾਡੀ ਰਣਨੀਤੀ, ਤੇ ਉੱਥੋਂ ਦਿਖੂਗੀ ਉਹ ਪੰਚਾਇਤ ਕਿਹੜੀ ਆ। ਮੋਰਚੇ ਦਾ ਰਣਨੀਤੀ ਬਣ ਰਹੀ ਹੈ ਕਿਤੇ। ਹਾਂਜੀ ਹਾਂਜੀ, ਬਿਲਕੁਲ। ਇਹ ਗੱਲ ਤਾਂ ਪੰਚਾਇਤ ਤਾਂ ਹੋਣੀ ਚਾਹੀਦੀ ਹੈ ਨਾ। ਸਾਡਾ ਪ੍ਰੋਸੈਸ ਹੀ ਪੰਚ ਪ੍ਰਧਾਨੀ ਜਿਹੜੀ ਸਾਡੀ ਰਵਾਇਤ ਹੀ ਉਹ ਆ। ਸਰ ਸਿੱਧੂ ਸਾਹਿਬ ਲਈ ਇਹ ਕਿਹਾ ਜਾ ਰਿਹਾ ਕਿ ਰਾਜਨੀਤਿਕ ਬੈਕਗ੍ਰਾਉਂਡ ਤਿਆਰ ਹੋ ਰਿਹਾ 2022 ਚ ਇਲੈਕਸ਼ਨ ਦੀ ਤਿਆਰੀਆਂ ਨੇ, ਹੋ ਸਕਦਾ ਕਿਸੇ ਪਾਰਟੀ ਦੇ ਸਿੱਧੂ ਸਾਹਿਬ ਇਲੈਕਸ਼ਨ ਲੜਨ। ਦੇਖੋ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ, ਮੈਂ ਜਿਹੜਾ ਰਾਜਨੀਤਿਕ ਜੇ ਪਲੇਟਫਾਰਮ ਤਿਆਰ ਕਰਨਾ ਸੀ ਤਾਂ ਮੇਰੇ ਕੋਲੇ ਬਣਿਆ ਬਣਾਇਆ ਸੀ। ਫਿਰ ਇਹ ਮੇਰੀ ਗੱਲ ਨਹੀਂ ਆ, ਉਦੋਂ ਅਗਲੀ ਗੱਲ ਕਰਦੇ ਆ। ਦਿੱਲੀ ਤੋਂ ਜਿਹੜੀ ਵੀ ਪਾਰਟੀ ਚੱਲਦੀ ਆ, ਮੇਰਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਆ, ਕਦੇ ਵੀ ਨਹੀਂ ਹੋਊਗਾ। ਪੰਜਾਬ ਦੇ ਹਿੱਤ ਤੇ ਦਿੱਲੀ ਦੇ ਹਿੱਤ ਹਮੇਸ਼ਾ ਹੀ ਟਕਰਾਅ ਰਹੂਗਾ, ਕੰਟਰਰੀ ਹੋਣਗੇ। ਇਹ ਅੱਜ ਤੱਕ ਇਹ ਗੱਲ ਅਸੀਂ ਸਮਝ ਚੁੱਕੇ ਹਾਂ।
ਹੁਣ ਅਗਲੀ ਗੱਲ, ਇਹਦਾ ਮਤਲਬ ਬੀਜੇਪੀ, ਇਹਦਾ ਮਤਲਬ ਅਕਾਲੀ, ਇਹਦਾ ਮਤਲਬ ਤੁਸੀਂ ਨਾਲ ਲਾ ਲਓ ਆਪਣੀ ਆਪ ਕਾਂਗਰਸ, ਇਹ ਡਿਸਕ੍ਰੈਡਿਟ ਹੋ ਗਏ ਆ ਸਾਰੇ। ਪੰਜਾਬ ਨੂੰ ਆਪਦੀ ਸਿਆਸਤ ਖੜੀ ਕਰਨੀ ਪਊਗੀ। ਜੇ ਪੰਜਾਬ ਨੂੰ ਆਪਦੀ ਸਿਆਸਤ ਖੜੀ ਕਰਨ 'ਚ ਮੇਰਾ ਕੋਈ ਰੋਲ ਮੈਂ ਅਦਾ ਕਰ ਸਕਾਂ, ਕਿਉਂ ਨਹੀਂ? ਕੋਈ ਵੀ ਰੂਹ ਉਹਦੇ 'ਚ ਰੋਲ ਅਦਾ ਕਰ ਸਕੇ, ਕਿਉਂ ਨਹੀਂ? ਜਦੋਂ ਤੱਕ ਅਸੀਂ ਆਪਦੀ ਸਿਆਸਤ, ਕਿਉਂਕਿ ਪਿਛਲੇ 73 ਸਾਲਾਂ ਤੋਂ ਇਹ ਸਾਰੀਆਂ ਪਾਰਟੀਆਂ ਨੇ ਸਾਨੂੰ ਆਪਦੀ ਸਿਆਸਤ ਦੇ ਨਾਲ ਪੰਜਾਬ ਦੀ ਅਗਵਾਈ ਕਰਨ ਦਾ ਇਹ ਸਾਨੂੰ ਇਹਨਾਂ ਨੇ ਇਹ ਦਿੱਤਾ ਵੀ ਤੁਹਾਨੂੰ ਵਾਅਦਾ ਕਰਦੇ ਆ ਪੰਜਾਬ ਦੀ ਅਗਵਾਈ ਕਰ ਰਹੇ ਹਾਂ, ਪਰ ਹਨੇਰਾ ਹੀ ਹਨੇਰਾ ਰਿਹਾ। ਅਸੀਂ ਚਾਨਣ ਤਾਂ ਦੇਖਿਆ ਹੀ ਨਹੀਂ ਨਾ 73 ਸਾਲਾਂ ਤੋਂ। ਜੇ ਅੱਜ ਕੋਈ ਚਾਨਣ ਸਾਨੂੰ ਦਿਖਾਉਂਦਾ ਜਾਂ ਕੋਈ ਰੂਹਾਂ ਇਕੱਠੀਆਂ ਹੋ ਕੇ ਦਿਖਾਉਂਦੀਆਂ, ਵਾਈ ਨਾਟ? ਸੋ ਇਹਦੇ 'ਚ ਉਹੀ ਗੱਲ ਆਪਾਂ ਕਰਦੇ ਹਾਂ ਨਾ ਵੀ ਪੰਜਾਬ ਕੋਲੇ ਜਦੋਂ ਤੱਕ ਆਪਦੀ ਸਿਆਸਤ ਨਹੀਂ ਹੋਊਗੀ, ਜੇ ਅਸੀਂ ਕਹਿ ਦਈਏ ਵੀ ਅਸੀਂ ਕੋਈ ਲੜਾਈ ਲੜ ਲਾਂਗੇ, ਤਾਂ ਯੂਨੀਅਨ, ਟ੍ਰੇਡ ਯੂਨੀਅਨਸ ਇਹ ਤਾਂ ਹਮੇਸ਼ਾ ਹੀ ਰਿਆਇਤਾਂ ਤੇ ਸੋਧਾਂ ਦੀ ਲੜਾਈਆਂ ਲੜਦੀਆਂ ਰਹੀਆਂ, ਪਰ ਸਾਡੀ ਸਿਆਸਤ ਨੇ ਲੜਾਈ ਲੜਨੀ ਹੁੰਦੀ ਆ, ਜਿਹੜੀ ਦਿੱਲੀ ਸਰਕਾਰ ਨਾਲ ਵੀ ਲੜਾਈ ਵਿੱਢਣੀ ਹੁੰਦੀ ਆ। ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨਾਂ ਦਾ ਸੰਘਰਸ਼ ਸਿਰਫ ਪੰਜਾਬ ਤੱਕ ਸੀਮਿਤ ਹੈ ਤੇ ਹਰਿਆਣਾ ਤੱਕ ਸੀਮਿਤ ਹੈ। ਹੋਰ ਵੀ ਇੰਨੇ ਪ੍ਰਦੇਸ਼ ਨੇ, ਬਿਹਾਰ ਵਿੱਚ ਇਲੈਕਸ਼ਨ ਹੋ ਰਿਹਾ ਹੈ, ਦਿੱਲੀ ਵਿੱਚ ਵੀ ਕੰਮ ਚੱਲ ਰਹੇ ਨੇ, ਸਿਰਫ ਇੱਥੇ ਤੱਕ ਇਲੈਕਸ਼ਨ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਥੇ ਪਾਰਟੀਆਂ ਨੂੰ ਕਿਸਾਨ ਵੋਟ ਜ਼ਿਆਦਾ ਪਿਆਰਾ ਹੈ। ਨਹੀਂ ਜੀ, ਇਹ ਦੋ ਸੂਬੇ ਇਹੋ ਜਿਹੇ ਆ ਜਿਨ੍ਹਾਂ ਨੂੰ ਐਗਰੀਰੀਅਨ ਮਾਡਲ ਤੋਂ ਉੱਤੇ ਵਧਣ ਹੀ ਨਹੀਂ ਦਿੱਤਾ ਗਿਆ। ਇਹਨਾਂ ਦੋਨਾਂ ਸੂਬਿਆਂ 'ਚ ਐਗਰੀਕਲਚਰ ਅੱਜ ਵੀ, ਹਾਲਾਂਕਿ ਹਰਿਆਣਾ ਥੋੜ੍ਹਾ ਜਿਹਾ ਉਹ ਤੋਂ ਸਾਡੇ ਤੋਂ ਬਹੁਤ ਉੱਪਰ ਚਲਾ ਗਿਆ। ਤੁਸੀਂ ਗੁੜਗਾਉਂ ਵਾਲੇ ਪਾਸੇ ਜਾ ਕੇ ਦੇਖੋ, ਹਰਿਆਣੇ 'ਚ ਤੁਹਾਨੂੰ ਹੁਣ ਇੰਡਸਟਰੀ ਵੀ ਦਿਖੂਗੀ, ਹਰਿਆਣੇ 'ਚ ਤੁਹਾਨੂੰ ਸਰਵਿਸ ਇੰਡਸਟਰੀ ਵੀ ਦਿਖੂਗੀ, ਹਰਿਆਣੇ 'ਚ ਤੁਹਾਨੂੰ ਐਗਰੀਕਲਚਰ ਵੀ ਬਹੁਤ ਵੱਡਾ। ਤਾਂ ਉਹਨਾਂ ਕੋਲੇ ਤਾਂ ਤਿੰਨੇ ਇਕਨੋਮੀ ਦੇ ਜਿਹੜੇ ਇੱਕ ਪਾਰਟ ਹੁੰਦੇ ਆ, ਪਹਿਲੂ ਹੁੰਦੇ ਆ, ਉਹ ਹੈਗੇ ਆ। ਪੰਜਾਬ ਅੱਜ ਵੀ 55 ਤੋਂ 60% ਜਿਹੜੀ GDP ਆ ਉਹ ਐਗਰੀਕਲਚਰ ਦੇ ਥਰੂ ਕੰਟਰੀਬਿਊਟ ਕਰ ਰਿਹਾ। ਇਹਦਾ ਮਤਲਬ ਜੇ ਇਹੋ ਜਿਹੇ ਕਾਨੂੰਨ ਆਉਣਗੇ ਤਾਂ ਸਾਨੂੰ ਸਭ ਤੋਂ ਜ਼ਿਆਦਾ ਇਫੈਕਟ ਕਰਨਗੇ, ਕਿਉਂਕਿ ਹੋਰ ਸੂਬਿਆਂ ਕੋਲੇ ਜਿਹੜੇ GDP 'ਚ ਕੰਟਰੀਬਿਊਟ ਕਰਨ ਵਾਲੀ ਇੰਡਸਟਰੀ ਆ, ਉਹ ਇੰਡਸਟਰੀ ਵੀ ਹੈਗੀ ਆ, ਉਹ ਸਰਵਿਸ ਇੰਡਸਟਰੀ ਵੀ ਆ ਉਹਨਾਂ ਕੋਲੇ ਟੂਰਿਜ਼ਮ ਵੀ ਆ, ਉਹਨਾਂ ਕੋਲੇ ਹੈਲਥ ਇੰਡਸਟਰੀ ਵੀ ਆ, ਉਹਨਾਂ ਕੋਲੇ ਐਜੂਕੇਸ਼ਨ ਵੀ ਆ। ਸਾਡੇ ਕੋਲੇ ਕੀ ਆ? ਤੁਸੀਂ ਦੱਸੋ, ਸਾਡੇ ਕੋਲੇ ਐਗਰੀਕਲਚਰ ਤੋਂ ਬਿਨਾ ਕੋਈ ਹੈਵੀ ਇੰਡਸਟਰੀ ਹੈ ਜਿੱਥੇ ਪਬਲਿਕ ਅੰਡਰਟੇਕਿੰਗ ਦੀ ਇਨਵੈਸਟਮੈਂਟ ਹੋਵੇ? ਨਹੀਂ ਆ। ਸਾਡੇ ਕੋਲੇ ਟੂਰਿਜ਼ਮ ਹੈ ਪੰਜਾਬ 'ਚ? ਨਹੀਂ ਆ। ਸਾਡੇ ਕੋਲੇ ਹੈਲਥ ਇੰਡਸਟਰੀ ਦੀ ਅਸੀਂ ਗੱਲ ਕਰ ਸਕਦੇ ਹਾਂ, ਔਰ ਇਹ ਸਭ ਕੁਝ ਹੋ ਸਕਦਾ ਸੀ, ਪਰ ਕਦੇ ਸਾਡੇ ਉਸ ਪਾਸੇ ਸਾਨੂੰ ਤੋਰਿਆ ਹੀ ਨਹੀਂ ਗਿਆ। ਤੋਰਿਆ ਕਿਉਂ ਨਹੀਂ ਗਿਆ? ਕਿਉਂਕਿ ਜਦੋਂ ਤੱਕ ਸਰਕਾਰ ਦੀ ਪੋਲੀਟੀਕਲ ਵਿਲ ਨਾ ਹੋਵੇ, ਇਹਦੇ 'ਚ ਪੋਲੀਟੀਕਲ ਵਿਲ ਤੋਂ ਬਿਨਾਂ ਇੰਡਸਟਰੀ ਅਸੀਂ ਇੱਥੇ ਕਹਿ ਦਈਏ ਅਸੀਂ ਆਪ ਪੈਦਾ ਕਰਕੇ ਚਲਾ ਲਾਂਗੇ, ਨਹੀਂ ਚਲਾ ਸਕਦੇ, ਕਿਉਂਕਿ ਇਨਵੈਸਟਮੈਂਟ ਬਹੁਤ ਵੱਡੀ ਚਾਹੀਦੀ ਹੁੰਦੀ ਹੈ। ਇਸ ਕਾਨੂੰਨਾਂ ਤੋਂ ਪਹਿਲਾਂ ਵੀ ਕਿਸਾਨ ਰਿਹਾ, 70 ਸਾਲ ਹੋ ਚੁੱਕੇ ਨੇ ਸਾਨੂੰ ਆਜ਼ਾਦ ਹੋਏ। ਅਸੀਂ ਉਦੋਂ ਸਾਰ ਲਈ ਕਿਸਾਨਾਂ ਦੀ, ਸਾਡੇ ਸਿਸਟਮ ਨੇ ਸਾਰ ਲਈ, ਕਿਉਂਕਿ ਇੱਕਦਮ ਭਾਰ ਪਿਆ ਤੇ ਸਾਰੇ ਵੋਟ ਬੈਂਕ ਦੀ ਰਾਜਨੀਤੀ ਕਰਨ ਲੱਗੇ। ਜੇ ਆਪਾਂ ਸ਼ੁਰੂ ਤੋਂ ਕਿਸਾਨਾਂ ਨੂੰ ਧਿਆਨ 'ਚ ਰੱਖਦੇ ਜਾਂ ਕਿਸਾਨਾਂ ਦੀ ਸਰਕਾਰਾਂ ਸਾਰ ਲੈਂਦੇ ਤਾਂ ਅੱਜ ਇਹ ਕੰਡੀਸ਼ਨ ਹੋਣੀ ਸੀ। ਬਿਲਕੁਲ ਤੁਹਾਡੀ ਗੱਲ ਸਹੀ ਆ। ਹੁਣ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ, ਉਸ ਵੇਲੇ ਤੁਸੀਂ ਉਸ ਵੇਲੇ ਦੇ ਐਡੀਟੋਰੀਅਲ ਪੜ੍ਹ ਕੇ ਦੇਖੋ, ਜਿਹੜੇ ਇੰਟੈਲੈਕਚੁਅਲ ਸੀ ਨਾ ਉਸ ਵੇਲੇ ਪੰਜਾਬ ਦੇ, ਉਹ ਕਹਿੰਦੇ ਇਹ ਸਸਟੇਨੇਬਲ ਨਹੀਂ ਆ ਮਾਡਲ, ਇਹਨੇ ਬਾਹਲਾ ਲੰਬਾ ਸਿਰ ਨਹੀਂ ਚੱਲਣਾ। ਸਾਡੇ ਇਸ ਮਾਡਲ ਕਰਕੇ ਵਾਤਾਵਰਨ ਨੂੰ ਵੀ, ਕਲਾਈਮੇਟ ਦੇ ਬਹੁਤ ਵੱਡੇ ਜਿਹੜੇ ਤੁਸੀਂ ਥ੍ਰੈਟਸ ਆਉਣਗੇ ਸਾਨੂੰ। ਅਸੀਂ ਡਿਜ਼ਾਸਟਰ ਵੱਲ ਜਾ ਰਹੇ ਹਾਂ, ਜੇ ਦੇਖੋ ਇਨਵਾਇਰਮੈਂਟਲ ਡਿਜ਼ਾਸਟਰ ਵੱਲ ਜਾ ਰਹੇ ਹਾਂ। ਅੱਜ ਸਾਡਾ ਪਾਣੀ ਸਿਹਤਮੰਦ ਨਹੀਂ ਹੈ, ਸਾਡੀ ਲੈਂਡ ਸਿਹਤਮੰਦ ਨਹੀਂ ਹੈ, ਸਾਡੀ ਹਵਾ ਸਿਹਤਮੰਦ ਨਹੀਂ ਹੈ। ਪੰਜਾਬ ਨਹੀਂ ਸੀ ਕਦੇ, ਪੰਜਾਬ ਕੋਲੇ ਆਤਮ ਨਿਰਭਰਤਾ ਸੀ, ਉਹ ਵੀ ਖੋਲੀ। ਫਿਰ ਉਹਨਾਂ ਨੇ ਕਿਹਾ ਪ੍ਰਵਾਸ ਹੋਊਗਾ, ਇੰਟੈਲੈਕਚੁਅਲਸ ਚਲੇ ਜਾਣਗੇ ਇੱਥੋਂ, ਸਭ ਕੁਝ ਸਾਡੇ ਸਾਹਮਣੇ ਆ ਨਾ। ਪਰ ਸਾਰ ਕਿਹਨੇ ਲੈਣੀ ਹੁੰਦੀ ਆ? ਲੋਕਾਂ ਨੇ ਇਹ ਗੱਲਾਂ ਸਮਝ ਕੇ ਉਹਨਾਂ ਰੂਹਾਂ ਦਾ ਜਿਹੜੇ ਸਾਡੀ ਧਰਤੀ ਬਾਰੇ, ਪੰਜਾਬ ਬਾਰੇ ਸੋਚਦੇ ਆ, ਸਾਥ ਦੇਣਾ ਹੁੰਦਾ। ਤੁਹਾਡੇ ਵਰਗੇ ਜਰਨਲਿਸਟ ਨੇ ਇਹ ਗੱਲਾਂ ਲੋਕਾਂ ਤੱਕ ਲੈ ਕੇ ਜਾਣੀਆਂ ਹੁੰਦੀਆਂ। ਤੁਸੀਂ ਪ੍ਰਵਾਸ ਦੀ ਗੱਲ ਕੀਤੀ ਆ, ਹੁਣ ਵੀ ਲੋਕ ਯੰਗਸਟਰ ਖਾਸ ਕਰਕੇ ਤਿਆਰ ਬੈਠੇ ਨੇ ਵੀ ਲੋਕਡਾਊਨ ਖੁੱਲੇ ਤੇ ਜਹਾਜ਼ ਦੀ ਟਿਕਟ ਲਈਏ ਤੇ ਜਾਈਏ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਇਸ ਮੋਰਚੇ 'ਚ ਉਹਨਾਂ ਦੀ ਕਿੰਨੀ ਕੁ ਭੂਮਿਕਾ ਹੈਗੀ ਆ? ਬਾਈ ਜੀ ਦੇਖੋ, ਇਹੀ ਗੱਲ ਤਾਂ ਆਪਾਂ ਕਰ ਰਹੇ ਹਾਂ ਨਾ ਵੀ ਜਦੋਂ ਤੱਕ ਸਾਡੀਆਂ ਨੀਤੀਆਂ ਅਸੀਂ ਆਪ ਨਹੀਂ ਘੜਾਂਗੇ, ਉਦੋਂ ਤੱਕ ਜਿਹੜੇ ਆ ਸਾਰੇ ਲੱਛਣ ਆ ਨਾ, ਦੇਖੋ ਬਿਮਾਰੀ ਪਹਿਲਾਂ ਸਮਝੋ, ਜਦੋਂ ਤੱਕ ਬਿਮਾਰੀ ਨੂੰ ਜੜੋਂ ਨਹੀਂ ਪੱਟੋਗੇ, ਆਹ ਤਾਂ ਪ੍ਰਵਾਸ ਆ, ਨਾ ਕਾਲੇ ਕਾਨੂੰਨ ਆ, ਇਹ ਆ ਨਸ਼ੇ ਆ, ਅਨਇੰਪਲੋਇਮੈਂਟ ਆ, ਇਹ ਲੱਛਣ ਆ ਬਿਮਾਰੀ ਦੇ। ਜਿੱਥੋਂ ਪੈਦਾ ਹੁੰਦੀ ਆ ਉਹਨਾਂ ਹਾਲਾਤਾਂ ਨੂੰ ਮੁਖਾਤਮ ਹੋਣਾ ਪਊਗਾ ਪਹਿਲਾਂ, ਜਿਹੜੇ ਹਾਲਾਤਾਂ 'ਚੋਂ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਨੌਜਵਾਨ ਕੀ ਕਰੇ? ਇਹ ਨੌਜਵਾਨ ਕੁਛ ਨਾ ਕਰੇ, ਇਹ ਨੌਜਵਾਨ ਨੇ ਨਹੀਂ ਪੈਦਾ ਕੀਤਾ, ਇਹ ਸਰਕਾਰਾਂ ਨੇ ਪੈਦਾ ਕੀਤਾ, ਇਹ ਸੈਂਟਰਲਾਈਜੇਸ਼ਨ ਆਫ ਪਾਵਰ ਨੇ ਪੈਦਾ ਕੀਤਾ। ਜਦੋਂ ਤੱਕ ਪਾਵਰ ਡੀਸੈਂਟਰਲਾਈਜ਼ ਨਹੀਂ ਹੁੰਦੀ, ਜਦੋਂ ਤੱਕ ਨੀਤੀਆਂ ਲੋਕਲਾਈਜ਼ਡ ਨਹੀਂ ਬਣਦੀਆਂ, ਜਦੋਂ ਤੱਕ ਡਿਵੈਲਪਮੈਂਟ ਲੋਕਲਾਈਜ਼ਡ ਨਹੀਂ ਹੁੰਦੀ, ਇਹ ਮਸਲਿਆਂ ਦੇ ਹੱਲ ਨਹੀਂ ਹੋਣੇ। ਸਰ ਅੱਜ ਕਾਂਗਰਸ ਨਹੀਂ ਆਊਗੀ, ਆਪ ਨਹੀਂ ਆਊਗੀ, ਅਕਾਲੀ ਨਹੀਂ, ਤੁਹਾਡੇ ਇੱਕ ਨਵਾਂ ਮੋਰਚਾ ਵੀ ਤਿਆਰ ਹੋ ਸਕਦਾ? ਬਾਈ ਜੀ, ਇੱਕ ਤੁਸੀਂ ਦੇਖ ਲਓ, ਹਮੇਸ਼ਾ ਕਿਸੇ ਨਾ ਕਿਸੇ ਸੰਘਰਸ਼ 'ਚੋਂ ਕੋਈ ਨਾ ਕੋਈ ਫਰੰਟ ਨਿਕਲਿਆ ਆਉਂਦਾ ਹੁੰਦਾ। ਪਰ ਇੱਕ ਹੋਰ ਵੀ, ਹਾਂਜੀ, ਇੱਕ ਹੋਰ ਵੀ ਨਾਲ ਸਾਡੇ ਸਾਹਮਣੇ ਆ। ਦੇਖੋ, ਮਨਪ੍ਰੀਤ ਨੇ ਇੱਕ ਫਰੰਟ ਕੱਢਿਆ, ਫੇਲ ਹੋ ਗਿਆ। ਆਮ ਆਦਮੀ ਪਾਰਟੀ ਵੀ ਇੱਕ ਫਰੰਟ ਸੀ, ਫੇਲ ਹੋ ਗਈ।
ਕਿਤੇ ਨਾ ਕਿਤੇ ਨਵਾਂ ਫਰੰਟ ਨਿਕਲੂਗਾ, ਪਰ ਜਦੋਂ ਤੱਕ ਨਵੇਂ ਫਰੰਟ ਨੂੰ ਆਪਦੀ ਭੂਮਿਕਾ ਉਹਦੇ ਤੇ ਚੈੱਕਸ ਐਂਡ ਬੈਲੈਂਸਸ, ਉਹ ਨਵੇਂ ਫਰੰਟ 'ਚ ਉਹ ਬੰਦੇ ਜਿਹੜੇ ਐਡੇ ਸੁਹਿਰਦ ਹੋਣ ਵੀ ਪੰਜਾਬ ਦੇ ਆਪਦੀ ਨਿੱਜ ਦੀ ਲੜਾਈ ਨਾ ਲੜਨ, ਪੰਜਾਬ ਦੀ ਲੜਾਈ ਲੜਨ। ਔਰ ਜਿਹੜੀ ਹੁਣ ਰਾਜਨੀਤੀ ਪੰਜਾਬ ਦੀ ਚੇਂਜ ਹੋਈ ਆ, ਹੁਣ ਜੇ ਅਸੀਂ ਕਹਿ ਲਈਏ ਬਿਜਲੀ ਦੇ ਬਿੱਲਾਂ ਦੀ, ਜਾਂ ਅਸੀਂ ਕਹਿ ਲਈਏ ਨੌਕਰੀਆਂ ਦੀ, ਜਾਂ ਅਸੀਂ ਰਿਸ਼ਵਤ ਦੀ, ਇਹ ਰਾਜਨੀਤੀ ਇਹ ਨਹੀਂ ਆ। ਰਾਜਨੀਤੀ ਪੰਜਾਬ ਦੀ ਰਾਜਨੀਤੀ ਬਦਲ ਗਈ ਆ, ਸਰ ਵੋਟਰ ਉਹਨੂੰ ਬਦਲ ਸੋਚ ਕੇ ਰਿਹਾ ਕਿ ਅੰਨਾ ਹਜ਼ਾਰੇ ਨੇ ਦੇਸ਼ ਲਈ ਇੱਕ ਅਨਸ਼ਨ ਕੀਤਾ, ਉਸ ਤੋਂ ਬਾਅਦ ਇੱਕ ਫਰੰਟ ਨਿਕਲਿਆ ਆਪ, ਜਿੱਦਾਂ ਤੁਸੀਂ ਕਿਹਾ ਆਪ ਨੇ 2 ਵਾਰ ਉਹਨਾਂ ਨੇ ਮੁੱਖ ਮੰਤਰੀ ਲਈ, ਉਹ ਹੁਣ ਨਾ ਅੰਨਾ ਹਜ਼ਾਰੇ ਨੂੰ ਪੁੱਛ ਰਹੇ ਨਾ ਵੋਟਰਾਂ ਨੂੰ। ਇਹ ਫਰੰਟ ਕਿੱਦਾਂ ਲੋਕਾਂ ਤੇ ਵਿਸ਼ਵਾਸ? ਭਾਈ ਜੀ ਗੱਲ ਦੇਖੋ, ਗੱਲ ਵਿਸ਼ਵਾਸ ਦੀ ਤਾਂ ਟਾਈਮ 'ਚੋਂ ਹੀ ਪਤਾ ਲੱਗਦਾ ਹੁੰਦਾ, ਉਹਨਾਂ ਦੇ ਸੰਘਰਸ਼ 'ਚੋਂ ਜੋ ਉਹਨਾਂ ਦੀ ਸੇਧ ਆ, ਉਹਨਾਂ ਦੀ ਵਿਚਾਰਧਾਰਾ, ਹਜੇ ਤਾਂ ਉਹਦੇ ਤੋਂ ਹੀ ਪਤਾ ਲੱਗਦਾ ਹੁੰਦਾ। ਕਿਸੇ ਦੇ ਵਿੱਚ ਵੜ ਜਾਾਂਗੇ ਆਪਾਂ, ਜਾਂ 10 ਬੰਦੇ 15 ਬੰਦੇ 20 ਬੰਦੇ ਇਕੱਠੇ ਹੋ ਗਏ, ਕਿਸੇ ਦੇ ਵਿੱਚ ਨਹੀਂ ਵੜ ਸਕਦੇ। ਪਰ ਉਹੀ ਮੈਂ ਕਿਹਾ ਨਾ, ਵਿਸ਼ਵਾਸ ਇੱਕ ਚੈੱਕਸ ਐਂਡ ਬੈਲੈਂਸਸ ਹੁੰਦਾ। ਸਾਡੇ ਕੋਲੇ ਇੱਕ ਮਿੰਟ ਜੀ, ਸਾਡੇ ਕੋਲੇ ਪਹਿਲਾਂ ਜਦੋਂ ਸਾਡੀ, ਤੁਸੀਂ ਇਹ ਦੇਖੋ, ਸਾਡੀ ਰਾਜਨੀਤੀ ਸੀ, ਉਹਦੇ ਤੇ ਧਰਮ ਦਾ ਪਹਿਰਾ ਹੁੰਦਾ ਸੀ, ਸਾਡੀਆਂ ਸੰਸਥਾਵਾਂ ਦਾ ਪਹਿਰਾ ਹੁੰਦਾ ਸੀ, SGPC, ਸ਼੍ਰੀ ਅਕਾਲ ਤਖਤ ਸਾਹਿਬ, ਜਾਂ ਸਾਡੀਆਂ ਟਕਸਾਲਾਂ ਦਾ ਪਹਿਰਾ ਹੁੰਦਾ ਸੀ। ਹੁਣ ਉਹ ਪਹਿਰੇ ਨਿਕਲ ਗਏ। ਜਦੋਂ ਪਹਿਰੇ ਨਿਕਲ ਗਏ ਤਾਂ ਜਿਹੜੇ ਇਖਲਾਕ ਆ ਸਾਡੇ ਲੀਡਰਾਂ ਦੇ ਜਾਂ ਉਹਨਾਂ ਦੇ ਕਿਰਦਾਰ ਆ, ਉਹ ਨਹੀਂ ਰਹੇ, ਸੋ ਖਤਮ ਹੋ ਗਏ। ਪ੍ਰੋਬਲਮ ਸਾਡੀ ਸਮਾਜਿਕ ਤੌਰ ਤੇ ਵੀ ਆ, ਪ੍ਰੋਬਲਮ ਰਾਜਸੀ ਤੌਰ ਤੇ ਵੀ ਆ। ਸਾਨੂੰ ਦੋਨੇ ਇਨਕਲਾਬ ਚਾਹੀਦੇ ਆ। ਠੀਕ ਹੈ ਜੀ, ਥੈਂਕ ਯੂ ਸੋ ਮਚ।